ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਤੁਸੀਂ। ਪਹਿਲਾਂ ਪ੍ਰਸ਼ਾਸਨ ਦੇ ਨਾਲ ਡੀਡੀਪੀਓ ਸਾਹਿਬ ਨਾਲ ਕਿਸਾਨ ਜਥੇਬੰਦੀ ਜਿਹੜੀ ਗੱਲਬਾਤ ਕਰ ਰਹੀ ਸੀ ਲਾਈਵ ਦੇਖਿਆ। ਸਰ ਅੱਜ ਦੀ ਜਿਹੜੀ ਕਾਰਵਾਈ ਹੈ ਮੁਅੱਤਲ ਕਰ ਦਿੱਤੀ ਗਈ ਹੈ, ਉਹਦੇ ਤੇ ਕੀ ਕਹੋਗੇ? ਦੇਖੋ ਕਿਸਾਨਾਂ ਦਾ ਜਿਹੜਾ ਰੋਹ ਸੀ, ਆਬਾਦਕਾਰ ਕਿਸਾਨ ਇੱਥੇ ਬੇਗੋਵਾਲ ਦੇ ਵਿੱਚ ਲਗਭਗ 3 ਪਿੰਡ ਦੇ ਤਾਂ ਸੀਗੇ ਹੀ ਸੀਗੇ। ਮੈਨੂੰ ਲੱਗਦਾ ਵੀ ਪੂਰੇ 8-10 ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋ ਗਏ ਸੀ। ਉਹ ਬਿਲਕੁਲ ਆਪਣੇ ਹੱਕ ਲਈ ਲੜ ਰਹੇ ਆ ਔਰ ਆਪਣੇ ਹੱਕ ਲਈ ਖੜੇ ਆ। ਇਸ ਕਰਕੇ ਪ੍ਰਸ਼ਾਸਨ ਨੂੰ ਅੱਜ ਝੁਕਣਾ ਪਿਆ। ਡੀਡੀਪੀਓ ਸਾਹਿਬ, BDO ਸਾਹਿਬ ਜਾਂ ਹੋਰ ਵੀ ਜਿਹੜੇ ਜਿੰਨੇ ਵੀ ਤਹਿਸੀਲਦਾਰ ਸਾਹਿਬ, ਤਹਿਸੀਲਦਾਰ ਇੱਕ ਸ਼ਬਦ ਨਹੀਂ ਬੋਲ ਸਕੇ। ਤੁਸੀਂ ਇੱਥੋਂ ਤੱਕ ਹੈਰਾਨਗੀ ਦੀ ਗੱਲ ਵਾ ਸਾਨੂੰ ਧੁਰੀ ਭਾਜੀ ਵੀ ਪੰਚਾਇਤ ਨੇ ਕੋਈ ਮਤਾ ਨਹੀਂ ਪਾਇਆ, ਪੰਚਾਇਤ ਨੇ ਆਪਣੀ ਜ਼ਮੀਨ ਦੀ ਮੰਗ ਨਹੀਂ ਕੀਤੀ ਤੇ ਸਰਕਾਰ ਕਿਹੜੇ ਹਿਸਾਬ ਨਾਲ ਕਬਜ਼ਾ ਲੈਣ ਆ ਗਈ? ਅੱਛਾ, ਪਿੰਡ ਪਿੱਛੇ ਪਿੰਡ ਦੇ ਵਾਸੀ ਸੋ ਕਹਿੰਦੇ 2 ਵਾਰੀ ਪਹਿਲਾਂ ਫੈਸਲਾ ਵੀ ਹੋ ਚੁੱਕਾ ਹੈ। ਉਹ 47 ਕਿੱਲੇ ਵੱਖਰੇ ਨੇ। ਠੀਕ ਹੈ ਜੀ। ਇਹ ਆਬਾਦਕਾਰ ਜਿਹੜੀ ਦੇਸ਼ ਆਜ਼ਾਦ ਹੋਣ ਵੇਲੇ ਜਦੋਂ ਇੱਥੇ ਦਰਿਆ ਚੱਲਦਾ ਸੀ, ਪਿੰਡ ਦਾ ਨਾਮੋ ਨਿਸ਼ਾਨ ਨਹੀਂ ਸੀ, ਘਰ ਢਹਿ ਗਏ ਸੀ, ਟਿੱਬੇ ਢਹਿ ਗਏ ਸੀ। ਉਦੋਂ ਤੋਂ ਇਹ ਜ਼ਮੀਨਾਂ ਬਾਹਰ ਆਏ ਨੇ ਲੋਕ ਤੇ ਅੱਜ ਜੇ ਉਹਨਾਂ ਨੂੰ ਮਾਲਕਾਨਾ ਹੱਕ ਹਜੇ ਤੱਕ ਨਹੀਂ ਮਿਲਿਆ, ਇਹ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੇ, ਸਰਕਾਰਾਂ ਦੀਆਂ ਨਲਾਇਕੀਆਂ ਨੇ ਜਿਹੜੇ ਉਹਨਾਂ ਨੂੰ ਹਜੇ ਤੱਕ ਮਾਲਕਾਨਾ ਹੱਕ ਨਹੀਂ ਦੇ ਸਕੀਆਂ। ਤੇ ਜਿਹੜੀ ਨਵੀਂ ਸਰਕਾਰ ਆ ਇਹ ਉਹਨਾਂ ਤੋਂ ਉਹ ਮਾਲਕਾਨਾ ਹੱਕ ਵੀ ਖੋ ਰਹੀ ਆ, ਰੋਜੀ ਰੋਟੀ ਖੋ ਰਹੀ ਆ। ਸੋ ਸਾਡੀ ਲੜਾਈ ਹੱਕ ਸੱਚ ਦੀ ਆ ਔਰ ਅਸੀਂ ਆਪਣੇ ਲੋਕਾਂ ਲਈ ਹਮੇਸ਼ਾ ਖੜੇ ਰਹਾਂਗੇ। ਅੱਛਾ, ਇੱਕ ਗੱਲ ਤੁਸੀਂ ਹੋਰ ਵੀ ਕਹੀ ਸੀ ਕਿ ਸਿਸਮਾ ਫਾਰਮ ਵੱਲ ਕੱਲ ਨਹੀਂ ਸਰਕਾਰ ਦਾ ਧਿਆਨ ਜਾਂਦਾ, ਉਧਰਲੇ ਪਾਸੇ ਵੀ ਦੇਖੋ ਅਸੀਂ ਸਾਰੇ ਜਾਣਦੇ ਆ ਇਹ ਜਿਹੜੇ ਵੱਡੇ ਲੀਡਰ ਨੇ, ਚਾਹੇ ਆਮ ਪਾਰਟੀ ਦੇ ਨੇ, ਚਾਹੇ ਕਾਂਗਰਸ ਦੇ ਨੇ, ਚਾਹੇ ਇਹ ਸਾਰਿਆਂ ਦੀ ਨੀਤੀ ਇੱਕੋ ਹੀ ਆ, ਕੇਵਲ ਤੇ ਕੇਵਲ ਲੋਕਾਂ ਨੂੰ ਠੱਗਣਾ, ਉਹਨਾਂ ਦੀਆਂ ਵੋਟਾਂ ਲੈ ਕੇ ਸਰਕਾਰਾਂ ਬਣਾਉਣੀਆਂ। ਕਿਸੇ ਨੇ ਸਿਸਮਾ ਫਾਰਮ ਦੀ ਜ਼ਮੀਨ ਨਹੀਂ ਛਡਾਣੀ, ਕਿਸੇ ਨੇ ਸੁਖ ਵਿਲਾਸ ਪਾਨ ਦੀ ਨਹੀਂ ਛਡਾਣੀ, ਕੇਵਲ ਤੇ ਕੇਵਲ ਆਬਾਦਕਾਰ ਜ਼ਮੀਨਾਂ ਵੱਲ ਇਦਾਂ ਦੇ ਲੋਕਾਂ ਨੂੰ ਦਬੇ ਕੁਚਲੇ ਲੋਕਾਂ ਨੂੰ ਦਬਾ ਕੇ ਇਦਾਂ ਦੀਆਂ ਕਨਾਲ ਵਾਲੇ ਵੀ ਹੈਗੇ ਇੱਥੇ ਕਿਸੇ? ਬਿਲਕੁਲ ਹੈਗੇ ਆ, 2-2 ਕਨਾਲ ਦੇ 3-3 ਕਨਾਲ। ਕੀ ਕਰਨਗੇ ਜੇ ਉਹਨਾਂ ਕੋਲ ਜ਼ਮੀਨ ਛਡਾ ਲਓ? ਤੁਸੀਂ ਪਬਲਿਕ ਨੂੰ ਪੁੱਛ ਸਕਦੇ ਹੋ ਵੀ ਉਹ ਕਿਸ ਤਰ੍ਹਾਂ ਬੈਠੇ ਨੇ ਅੱਜ ਸਵੇਰ ਤੋਂ ਲੈ ਕੇ। ਸਾਡੀਆਂ ਮਾਤਾਵਾਂ ਭੈਣਾਂ, ਤੁਸੀਂ ਪਬਲਿਕ ਤੋਂ ਪੁੱਛੋ ਵੀ ਕੀ ਚਾਹੁੰਦੇ ਨੇ ਉਹ ਲੋਕ। ਜੀ। ਔਰ ਇਸ ਸਮੇਂ ਤੁਸੀਂ ਇਹ ਜਿਹੜਾ 4 ਪੁਸ਼ਤਾਂ ਤੋਂ ਬੰਦੇ ਬਾਹਰ ਆ, ਉਹਨਾਂ ਨੂੰ ਮਾਲਕਾਨਾ ਹੱਕ ਸਰਕਾਰੀ ਕੀਮਤ ਤੇ ਮਿਲ ਜਾਣੇ ਚਾਹੀਦੇ। ਸਭ ਨਾਲੋਂ ਵੱਡੀ ਗੱਲ ਹੈ। ਤੁਸੀਂ ਅੰਦਰ ਇੱਕ ਜੁਮਲੇ ਦੀ ਗੱਲ ਕਰ ਰਹੇ ਸੀ, ਉਹ ਜੁਮਲਾ ਮਾਨ ਕੋ ਹੁੰਦੀ ਹੈ ਜਿਸ ਚ ਮਾਲਕਾਂ ਦਾ ਛੱਡਿਆ ਹੋਇਆ ਹਿੱਸਾ ਹੁੰਦਾ, ਉਹ ਵਾਧੂ ਜ਼ਮੀਨਾਂ ਬਚਤਾਂ ਹੁੰਦੀਆਂ। ਜੁਮਲਾ ਮਾਨ ਰਸਤ ਜਾ ਰਖੇਵਟ, ਇਹਦਾ ਸ਼ੋਨ ਨਹੀਂ ਬਦਲ ਸਕਦਾ, ਇਹਦਾ ਉਹੀ ਰਹੂਗਾ ਜੋ ਹੈ। ਇਹ ਤੇ ਕੋਈ ਹੋਰ ਮਲਕੀਅਤ ਨਹੀਂ ਬਦਲ ਸਕਦੀ ਇਸ ਰਕਬੇ ਤੇ। ਇਸ ਕਰਕੇ ਇਹ ਰਕਬੇ ਜੋ 4-4 ਪੁਸ਼ਤਾਂ ਤੋਂ ਬਾਹਰ ਆ ਉਹਨਾਂ ਨੂੰ ਮਿਲਣੇ ਚਾਹੀਦੇ ਆ, ਸਰਕਾਰੀ ਕੀਮਤ ਤੇ ਮਿਲਣੇ ਚਾਹੀਦੇ। ਇਹੀ ਮੇਰੀ ਬੇਨਤੀ ਹੈ। ਤਾਂ ਅਮਰਜੀਤ ਜੀ, ਬੁਰਜ ਅੱਜ ਦਾ ਮੁਅੱਤਲ ਕਰ ਦਿੱਤਾ ਜੀ, ਤੇ ਅਗਲਾ ਪ੍ਰੋਸੈਸ ਦਾ ਕੁਝ ਪਤਾ ਲੱਗਿਆ? ਜੀ ਬਿਲਕੁਲ, ਇਹ ਸਰਕਾਰ ਨੂੰ ਆਪਣੀ ਰਿਪੋਰਟ ਭੇਜਣਗੇ DDPO ਸਾਹਿਬ। ਅਗਲੇ ਹੁਕਮਾਂ ਤੱਕ, ਜਦੋਂ ਤੱਕ ਅਗਲਾ ਉਹਨਾਂ ਨੂੰ ਕੋਈ ਹੁਕਮ ਨਹੀਂ ਆਉਂਦਾ, ਉਦੋਂ ਤੱਕ ਜਿਹੜੀ ਇਹ ਕਾਰਵਾਈ ਹੈ ਇਹਨੂੰ ਬੰਦ ਕੀਤਾ ਗਿਆ। ਔਰ ਅਸੀਂ ਵੀ ਆਪਣੀਆਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਸਾਡੀ ਜਿਹੜੀ ਸਰਕਾਰਾਂ ਦੇ ਨਾਲ ਗੱਲਬਾਤ ਚੱਲਦੀ ਹੈ ਔਰ ਇਹਦੇ ਉੱਤੇ ਇੱਕ ਨੀਤੀ ਬਣਾਈ ਜਾਵੇ, ਪਰ ਜਿਹੜੀ ਨੀਤੀ ਨਵੀਂ ਬਣ ਕੇ ਆਊਗੀ ਉਦੋਂ ਤੱਕ ਇਹਨੂੰ ਮੁਲਤਵੀ ਰੱਖਿਆ ਜਾਵੇ। ਬਹੁਤ ਸ਼ੁਕਰੀਆ। ਔਰ ਕੁਲਦੀਪ ਸਿੰਘ ਵਜੀਦਪੁਰ ਜਿਹੜੇ ਆ ਸਟੇਜ ਤੋਂ ਸੰਬੋਧਨ ਕਰ ਰਹੇ ਆ। ਜਿਹੜਾ ਤੁਸੀਂ ਸੰਘਰਸ਼ ਵਿੱਢਿਆ ਸਵੇਰ ਤੋਂ, ਸਾਡੀਆਂ ਮਾਤਾਵਾਂ ਭੈਣਾਂ ਬੈਠੀਆਂ, ਬਜ਼ੁਰਗ ਬੈਠੇ ਆ ਵੱਖ-ਵੱਖ ਪਿੰਡਾਂ ਤੋਂ ਵੀ ਆ ਕੇ, ਜਿਹੜਾ ਤੁਸੀਂ ਆਪਣੀਆਂ ਜ਼ਮੀਨਾਂ ਦੀਆਂ, ਪੁਰਖਾਂ ਦੀਆਂ ਜ਼ਮੀਨਾਂ ਲਈ ਅੱਜ ਲੜਾਈ ਲੜ ਰਹੇ ਹੋ। ਸਰਕਾਰ ਕੋਲ ਕੋਈ ਕਾਗਜ਼ ਨਹੀਂ ਨੀਤੀ ਪਾਲਿਸੀ ਦਾ, ਇਹਨਾਂ ਜ਼ਮੀਨਾਂ ਦਾ ਕਰਨਾ ਕੀ ਆ। ਅਫਸਰਾਂ ਕੋਲ ਕੋਈ ਜਵਾਬ ਨਹੀਂ ਤੁਹਾਡੀਆਂ ਇਹਨਾਂ ਜ਼ਮੀਨਾਂ ਦਾ ਕਰਨਾ ਕੀ ਆ ਲੈ ਕੇ। ਤਹਿਸੀਲਦਾਰ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ। ਇਸ ਕਰਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਜ਼ਮੀਨ ਲੈ ਕੇ ਕਰੋਗੇ ਕੀ, ਤਾਂ ਕੋਈ ਜਵਾਬ ਨਹੀਂ ਮਿਲਿਆ। ਸੋ ਇਸ ਕਰਕੇ ਪ੍ਰਸ਼ਾਸਨ ਇੱਥੋਂ ਵਾਪਸ ਮੁੜ ਗਿਆ ਆ। ਇਹ ਤੁਹਾਡੀ ਜਿੱਤ ਵਾ, ਤੁਹਾਡੇ ਕਿਰਤੀ ਲੋਕਾਂ ਦੀ ਜਿੱਤ ਵਾ। ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਾ, ਅੱਜ ਤਾਂ ਉਹ ਤੁਹਾਨੂੰ ਕੱਲ ਦੱਸ ਕੇ ਆਏ ਸੀ, ਅਗਲੀ ਵਾਰ 10 ਵਾਰ ਦੱਸਣਗੇ ਵੀ ਅਸੀਂ ਤੁਹਾਡੇ ਪਿੰਡ ਆਣਾ। ਇੱਕ ਵਾਰ ਕੱਲ ਸੁਨੇਹਾ ਕਿਸੇ ਨੂੰ ਭੇਜਿਆ ਹੋਣਾ, ਕੋਈ ਵੀ ਨੁਮਾਇੰਦਾ ਬਿਨਾਂ ਪੁੱਛੇ ਤੋਂ ਤੁਹਾਡੇ ਪਿੰਡ 'ਚ ਨਹੀਂ ਆਊਗਾ, ਬਸ ਏਕਾ ਬਣਾ ਕੇ ਰੱਖਿਓ। ਇਹ ਜਿੱਤ ਤੁਹਾਡੀ ਆ ਵੀਰੋ, ਸੌਖੀ ਨਹੀਂ।
ਇੱਥੋਂ ਆਏ ਹੋ ਸੀ ਡੀਓ ਸਾਹਿਬ, ਡੀਡੀਪੀਓ ਸਾਹਿਬ, ਇਹ ਤਹਿਸੀਲਦਾਰ ਸਾਹਿਬ ਜਾਂ ਹੋਰ ਪੁਲਿਸ ਪ੍ਰਸ਼ਾਸਨ ਦੇ ਵੀ ਵੱਡੇ ਅਧਿਕਾਰੀ ਆਏ ਹੋ ਸੀ, ਉਹ ਸਾਰੇ ਵਾਪਸ ਜਾ ਚੁੱਕੇ ਆ। ਜਦੋਂ ਤੱਕ ਉਹਨਾਂ ਨੇ ਸਾਡੇ ਕੋਲ ਇਹ ਤਰਕ ਰੱਖਿਆ ਕਿ ਸਾਡੇ ਕੋਲ ਕੋਈ ਨੀਤੀ ਪਾਲਿਸੀ ਨਹੀਂ, ਜਦੋਂ ਤੱਕ ਸਰਕਾਰ ਦੀ ਕੋਈ ਨੀਤੀ ਪਾਲਿਸੀ ਨਹੀਂ, ਤਾਂ ਤੁਸੀਂ ਜ਼ਮੀਨ ਤੇ ਸਾਡੀ ਕਬਜ਼ਾ ਕਰਨ ਆ ਗਏ। ਸੋ ਇਸ ਕਰਕੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਧੁੱਪ 'ਚ ਬੈਠ ਕੇ ਇਹ ਧਰਨੇ ਨੂੰ, ਇਸ ਅੰਦੋਲਨ ਨੂੰ ਸ਼ੁਰੂ ਕੀਤਾ, ਕਾਮਯਾਬ ਕੀਤਾ, ਸਾਰੇ ਵੀਰਾਂ ਦਾ ਧੰਨਵਾਦ। ਅਸੀਂ ਵੀ ਦਿਨ ਰਾਤ ਤੁਹਾਡੇ ਨਾਲ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਇੱਕ ਮੁੱਠ ਹੋ ਕੇ ਤੁਹਾਡੀ ਲੜਾਈ ਲੜਾਂਗੇ, ਪਿੰਡ ਦੇ ਸਹਿਯੋਗ ਨਾਲ ਲੜਾਂਗੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਲੋਕ ਇੱਕ ਮਿੰਟ ਗਿਆਨੀ, ਦੇਖੋ ਇੱਕ ਗੱਲ ਜਿਹੜੀ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ, ਲੜਾਈ ਜਿੱਤੇ ਨਹੀਂ, ਲੜਾਈ ਸ਼ੁਰੂ ਹੋਈ ਆ। ਕਿਉਂਕਿ ਸਾਡੇ ਮਨ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ, ਅਸੀਂ ਤੁਹਾਨੂੰ ਜ਼ਮੀਨ ਦੇ ਇਹਦੇ ਮਾਲਕ ਬਣਾਉਣਾ ਚਾਹੁੰਦੇ ਆ। ਸਾਡੇ ਮਨ ਦੇ ਵਿੱਚ ਇਹ ਆ, ਅਸੀਂ ਇਹ ਨਹੀਂ ਟਾਈਮ ਨਹੀਂ ਟਪਾਉਣਾ ਚਾਹੁੰਦੇ। ਪੈਰਕੀ ਦਾ ਝੋਨਾ ਲੱਗ ਜਾਵੇ ਜਾਂ ਅਗਲਾ ਕਣਕ ਵੀ ਹੋ ਜਾਵੇ, ਏਦਾਂ ਕੋਈ ਟਾਈਮ ਨਹੀਂ ਟਪਾਉਣਾ ਚਾਹੁੰਦੇ। ਸਾਡੀ ਹੈਗੀ ਅੰਦਰਲੀ ਭਾਵਨਾ, ਸਾਡੀਆਂ ਜਥੇਬੰਦੀਆਂ ਦੀ ਨੀਤੀ ਆ ਇਹ, ਅਸੀਂ ਮਾਲਕੀ ਦੀ ਲੜਾਈ ਲਈ ਲੜਾਂਗੇ ਔਰ ਸਰਕਾਰ ਨਾਲ ਟੱਕਰ ਲਵਾਂਗੇ। ਤੁਸੀਂ ਆਪਣਾ ਏਕਾ ਬਣਾ ਕੇ ਰੱਖੋ। ਲੜਾਈ ਅੱਜ ਸ਼ੁਰੂ ਹੋ ਗਈ ਆ, ਜੇ ਇਹਦਾ ਨਾ ਸ਼ੁਰੂ ਹੁੰਦੀ ਤੁਸੀਂ ਵੀ ਟਿਕੇ ਰਹਿਣਾ ਸੀਗਾ। 70 ਸਾਲ ਤੋਂ ਟਿਕਿਓ ਨਹੀਂ, ਤੁਹਾਡੇ ਨਾਲ ਹੋਈ ਨਹੀਂ ਹੈਗੀ। ਜੇ ਤੁਹਾਨੂੰ ਸਰਕਾਰ ਨਾਲ ਛੇੜਿਆ, ਕੱਲ ਨੂੰ ਤੁਸੀਂ ਅਖਬਾਰਾਂ 'ਚ ਜਾਣਾ, ਬੇਗੋਵਾਲ, ਬੁਰਜ ਬਾਂਬੜਾ, ਅੱਗੇ ਨਹੀਂ ਚੱਲਦਾ ਅਖਬਾਰਾਂ 'ਚ। ਹੁਣ ਤੁਸੀਂ ਜਾਣਾ ਆ, ਹੁਣ ਤੁਹਾਡਾ ਪਤਾ ਲੱਗਣਾ ਵੀ ਇੱਥੇ ਵੀ ਲੋਕ 1-1, 2-2 ਏਕੜ ਦੇ ਮਾਲਕ ਆ ਜਿਨ੍ਹਾਂ ਨਾਲ ਸਰਕਾਰ ਧੱਕਾ ਕਰ ਰਹੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੜਾਈ ਨੂੰ ਤੇਜ਼ ਕਰਨ ਦੇ ਲਈ ਏਕਤਾ ਬਣਾਓ। ਬੀਬੀਆਂ, ਬੱਚੇ, ਬਜ਼ੁਰਗ ਸਾਰੇ ਇਕਮੁੱਠ ਹੋ ਕੇ, ਕਿਸੇ ਦੀ ਕੋਈ ਗੱਲ ਨਹੀਂ ਮੰਨਣੀ। ਬਹੁਤ ਸਾਰੇ ਲੋਕ ਤੁਹਾਡੇ ਕੋਲ ਆਣਗੇ, ਤੁਹਾਨੂੰ ਐਂ ਕਰ ਦਿੰਦੇ, ਇਉਂ ਕਰ ਦਿੰਦੇ ਆ। ਤੁਸੀਂ ਜੇ ਜਥੇਬੰਦੀਆਂ ਦੇ ਨਾਲ ਖੜੇ ਆ ਤਾਂ ਜਥੇਬੰਦੀਆਂ ਦਾ ਕਹਿਣਾ ਜ਼ਰੂਰ ਆਉਣ ਵਾਲੇ ਸਮੇਂ 'ਚ ਮੰਨਿਓ। ਜਥੇਬੰਦੀਆਂ ਤੁਹਾਡੇ ਨਾਲ ਮਾੜਾ ਨਹੀਂ ਕਰੂੰਗੀਆਂ, ਸਰਕਾਰਾਂ ਮਾੜਾ ਕਰਦੀਆਂ ਹੁੰਦੀਆਂ, ਅਸੀਂ ਮਾੜਾ ਨਹੀਂ ਕਰ ਸਕਦੇ। ਅਸੀਂ ਤੁਹਾਡੇ ਲਈ ਚੰਗਾ ਕਰਾਂਗੇ। ਤੁਹਾਡੇ ਮਾਲਕੀ ਦੇ ਹੱਕ ਦਿਵਾਉਣ ਦੇ ਲਈ ਆਪਾਂ ਆਪਣਾ ਜੀ ਜਾਨ ਜਿਹੜਾ ਜੋੜ ਲਾਵਾਂਗੇ, ਤੁਹਾਡਾ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਬਈ ਆਹ ਮਾਲਕ ਦੇ ਖਾਨੇ 'ਚ ਤੁਸੀਂ ਸਾਰੇ ਹੈਗੇ ਆ। ਤੁਸੀਂ ਕਹਿੰਦੇ ਵੀ ਮਾਲਕੀ ਨਵੀਂ ਲੈਣੀ ਅਸੀਂ, ਆਹ ਸਾਰਾ ਖਾਨਾ ਮਾਲਕ ਦਾ ਤੁਸੀਂ। ਪਰ ਇੱਕ ਜਿਹੜਾ ਸਰਕਾਰ, ਸੈਂਟਰ ਸਰਕਾਰ ਨੇ ਹੁਕਮ ਚਾੜਿਆ ਵੀ ਜੁਮਲਾ ਮਾਲਕਨ ਉਹ ਜਿਹੜਾ ਆ ਪੰਚਾਇਤ ਨੂੰ ਦਿੱਤਾ ਜਾਵੇ। ਤੁਸੀਂ ਇਹ ਬਾਤ ਕੀ ਹੈ, ਗੈਰ ਮੁਮਕਿਨ ਨਾਲਾ, ਗੈਰ ਮੁਮਕਿਨ ਰੇਂਗ, ਇਹ ਸ਼ਬਦ ਜਿਹੜੇ ਆ ਤੁਸੀਂ ਘਟਾ ਨਹੀਂ ਸਕੇ, ਨਹੀਂ ਤਾਂ ਇਹ ਕੰਮ ਹੋਣਾ ਨਹੀਂ ਸੀ। ਇਹ ਤੁਸੀਂ ਜ਼ਮੀਨਾਂ ਵੇਚੀਆਂ ਵੀ ਆ ਬਾਹਰਲੇ ਲੋਕਾਂ ਨੂੰ, ਰਜਿਸਟਰੀਆਂ ਵੀ ਹੋਈਆਂ ਇਹਦੀਆਂ। ਮੈਂ ਤਹਿਸੀਲਦਾਰ ਨਾਲ ਵੀ ਇਹੀ ਗੱਲ ਕਰਦਾ, ਇਹ ਰਜਿਸਟਰੀਆਂ ਵੀ ਹੋਈਆਂ ਤੁਹਾਡੇ ਲੋਕਾਂ ਵੱਲੋਂ। ਜਿਹਦੇ ਕੋਲ ਕਿੱਲਾ ਸੀ, 2 ਕਿੱਲੇ ਸੀ, ਉਹਨੇ ਵੇਚਣੀ ਚਾਹੀਦੀ, ਉਹ ਵਿਕਦੀ ਸੀ। ਮਾਲਕ ਸੀ ਕਬਜ਼ਾ ਤਾਂ ਹੀ ਵਿਕੀ ਆ। ਪਰ ਜਮਲਾ ਮਾਲਕਨ ਰਸ ਦੇ ਜਿਹੜੀ ਖੇਵਟ ਆ ਉਹ ਨਹੀਂ ਵਿਕ ਸਕਦੀ। ਜਿਹੜੀ ਉਹ ਆਪਾਂ ਇਹਦੇ ਚੋਂ ਖਾਨਾ ਹੈ ਨਹੀਂ, ਇਹ ਚੋਂ ਮਾਲਕੀ ਉਹ ਹੈ ਨਹੀਂ ਕੀ, ਨਹੀਂ ਉਹ ਹੈ ਨਹੀਂ ਸਰ। ਪਰ ਆ ਜਿਹੜਾ ਰੇਂਗ ਆ, ਰੇਂਗ ਸ਼ਬਦ ਮੇਰੇ ਪਹਿਲੀ ਵਾਰੀ ਆਇਆ। ਮੈਨੂੰ ਲੱਗਦਾ ਵੀ ਇੱਥੇ ਬਹੁਤ ਰੇਤਾ ਸੀ ਉਸ ਥਾਂ। ਹੁਣ ਵੀ ਰੇਤਾ ਹਰਾ, ਹੁਣ ਵੀ ਰੇਤਾ। ਉਹ ਰੇਤਾ ਜਿਹੜਾ ਆ ਤੁਸੀਂ ਆਬਾਦ ਕੀਤਾ ਹੋਇਆ, ਤੁਸੀਂ ਪੱਕੇ ਆਬਾਦ ਕਰੋ। 4 ਪੁਸ਼ਤਾਂ ਤੋਂ ਤੁਸੀਂ ਇੱਥੇ ਮਾਲਕ ਚਲੇ ਆ ਰਹੇ ਆ। ਕੋਈ ਸਰਕਾਰ ਨਹੀਂ ਧੱਕਾ ਏਦਾਂ ਹੋਊਗੀ। ਇਹ ਸਾਡੀਆਂ ਜਥੇਬੰਦੀਆਂ, ਬੈਂਸ ਸਾਹਿਬ ਆ, ਦੁਆਬਾ ਯੂਨੀਅਨ, ਬਾਕੀ ਯੂਨੀਅਨ ਵੀ ਤੁਹਾਡਾ ਸਾਥ ਦੇਣਗੀਆਂ। ਪਰ ਇਸ ਕਰਕੇ ਤੁਸੀਂ ਵੱਖਰੇ ਨਾ ਹੋ ਜਾਇਆ ਕਰੋ, ਇਕੱਠੇ ਰਹੋ ਜੇ, ਫਿਰ ਜਿੱਤ ਸਾਡੀ ਹੋਊਗੀ। ਜੇ ਤੁਸੀਂ ਵੱਖਰੇ ਮੇਰਾ ਸਰ ਗਿਆ, ਮੈਨੂੰ ਕੀ ਲੋੜ ਆ ਹੁਣ ਦੂਏ ਨਾਲ ਤੁਰਨ ਦੀ, ਤੇ ਉਦੋਂ ਕੰਮ ਖਰਾਬ ਹੁੰਦੇ ਆ। ਉਸ ਮਹਾਰਾਜ ਨੂੰ ਚੇਤੇ ਰੱਖ ਕੇ ਸਾਰਾ ਪਿੰਡ ਇੱਕੋ ਹੋ ਜਾਓ। ਕੋਈ ਤੁਹਾਡੀ ਜ਼ਰੂਰਤ ਹੀ ਨਹੀਂ ਕਰੂਗਾ ਤੁਹਾਡੇ ਮੂੰਹ ਕਰ ਜਾਵੇ ਤੁਹਾਡੇ ਪਿੰਡਾਂ ਨੂੰ। ਆ ਬਿਲਕੁਲ ਮਾਲਕੀ ਖਾਨੇ ਚ ਤੁਸੀਂ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਕੋਲੋਂ ਇੱਕ ਇਹ ਸਰਕਾਰਾਂ ਕਰਾ ਰਹੀਆਂ, ਕਾਰਪੋਰੇਟ ਕਰਾ ਰਹੇ ਆ ਇਸ ਫੈਸਲੇ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡਾ ਸਾਰਿਆਂ ਦਾ ਪਿੱਛੇ